ਗੁਰਮੁਖ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ, ਗੁਰਬਾਣੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਨੇ ਮਨੁੱਖੀ ਮਨ ਨੂੰ ਸੇਧ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਜਦੋਂ ਅਸੀਂ ਇਸ ਮਾਇਆ ਦੇ ਦੇਸ਼ ਵਿੱਚ ਪ੍ਰਵੇਸ਼ ਹੁੰਦੇ ਹਾਂ ਤੇ ਕਰਮ ਤੇ ਆ ਕੇ ਮਨ ਦਾ ਖੇਲ ਸ਼ੁਰੂ ਹੋ ਜਾਂਦਾ ਹੈ। ਤਨ ਵਾਸਤੇ ਮਨ ਕਿਰਤ ਕਰਦਾ ਹੈ, ਕਰਮ ਕਰਦਾ ਹੈ। ਕਰਮ ਕਰਦਾ ਕਰਦਾ ਜੇ ਤਾਂ ਗੁਰਮੁਖ ਹੈ ਤੇ ਉਹ ਸਮਦ੍ਰਿਸ਼ਟ ਹੋ ਕੇ ਨਿਰੰਕਾਰ ਪਰਮਾਤਮਾ ਦੇ ਹੁਕਮ ਵਿੱਚ ਚੱਲਦਾ ਹੈ, ਤੇ ਜੇ ਮਨਮੁਖ ਹੈ ਉਹ ਕਰਮ ਨੂੰ ਦ੍ਰਿੜ ਕਰ ਲੈਂਦਾ ਹੈ, ਮਾਇਆ ਦੇ ਰਸਤੇ, ਧਾਤ ਦੇ ਰਸਤੇ ਚੱਲ ਪੈਂਦਾ ਹੈ। ਪਰ ਜੇ ਅਸੀਂ ਮਨ ਦੀ ਕਹਾਣੀ ਨੂੰ, ਗੁਰੂ ਦੇ ਸ਼ਬਦ ਦੀ ਵਿਚਾਰ ਨੂੰ ਨਹੀਂ ਜਾਣਦੇ ਤੇ ਕਈ ਦਫਾ ਅਸੀਂ ਬਾਹਰੋਂ ਹੀ ਦੇਖ ਕੇ ਗੁਰਮੁਖ ਅਤੇ ਮਨਮੁਖ ਨੂੰ ਇੱਕੋ ਜਿਹਾ ਸਮਝ ਲੈਂਦੇ ਹਾਂ। ਇਸੇ ਤਰ੍ਹਾਂ ਨਾਮਦੇਵ ਭਗਤ ਜੀ ਤੇ ਭਗਤ ਤ੍ਰਿਲੋਚਨ ਜੀ ਬੈਠੇ ਨੇ, ਆਪਸ ਵਿੱਚ ਸੰਗਤ ਕਰਦੇ ਨੇ, ਸ਼ਬਦ ਦੀ ਸਾਂਝ ਪਾਉਂਦੇ ਨੇ, ਤੇ ਤ੍ਰਿਲੋਚਨ ਭਗਤ ਜੀ ਨੇ ਦੇਖਿਆ ਵੀ ਭਗਤ ਨਾਮਦੇਵ ਜੀ ਕਰਮ ਕਰ ਰਹੇ ਸੀ, ਜੋ ਉਹ ਕੱਪੜੇ ਨੂੰ ਰੰਗਣ ਦਾ ਕੰਮ ਕਰਦੇ ਉਹ ਕਰ ਰਹੇ ਸਨ। ਤੇ ਜਦੋਂ ਦੇਖਿਆ ਤੇ ਕਹਿਣ ਲੱਗੇ ਵੀ ਤੁਸੀਂ ਵੀ ਨਾਮ ਨੂੰ ਛੱਡ ਕੇ ਕਰਮ ਨੂੰ ਦ੍ਰਿੜ ਕਰ ਲਿਆ ਹੈ, ਤੁਸੀਂ ਮਾਇਆ ਦੇ ਨਾਲ ਜੁੜ ਗਏ ਹੋ। ਤੇ ਉਹਨਾਂ ਨੇ ਬਚਨ ਕੀਤਾ, ਨਾਮਾ ਮਾਇਆ ਮੋਹਿਆ ਕਹੇ ਤ੍ਰਿਲੋਚਨ ਮੀਤ, ਕਾਹੇ ਛੀਪੋ ਛਾਇ ਲੋ ਆਰਾਮ ਨ ਲਾਵੋ ਚੀਤ। ਕਿਉਂਕਿ ਕਈ ਦਫਾ ਭਗਤ ਦੀ ਅੰਦਰੂਨੀ ਅਵਸਥਾ ਨੂੰ ਨਾ ਗਿਆਨ ਹੋਣ ਕਰਕੇ ਨਾਲ ਦੇ ਸੰਗੀ ਸਾਥੀ ਵੀ ਸ਼ਬਦ ਦੀ ਚੋਟ ਮਾਰ ਦਿੰਦੇ ਨੇ। ਤ੍ਰੈ ਗੁਣਾਂ ਦਾ ਖੇਲ ਹੀ ਐਸਾ ਹੈ ਕਿ ਕਾਲ ਜਿਹੜਾ ਏ ਉਹ ਸਹਿ ਸੁਭਾਏ ਹੀ ਰਸਨਾ ਤੋਂ ਐਸਾ ਸ਼ਬਦ ਬੁਲਾ ਜਾਂਦਾ ਹੈ ਕਿ ਉਹ ਸ਼ਬਦ ਮਨ ਤੇ ਅਸਰ ਕਰ ਜਾਂਦਾ ਹੈ। ਹੁਣ ਨਾਮਦੇਵ ਜੀ ਹੁਕਮ ਵਿੱਚ ਸਨ, ਉਹਨਾਂ ਫਿਰ ਉੱਥੇ ਸਮਝਾਇਆ ਵੀ ਜਿਹੜਾ ਜੀਵਨ ਜਾਚ ਹੈ, ਜੋ ਬ੍ਰਹਮ ਦਾ ਗਿਆਨ ਹੈ, ਉਸ ਮੁਤਾਬਕ ਅਸੀਂ ਚਿੱਤ ਕਰਕੇ, ਸੁਰਤ ਕਰਕੇ ਨਿਰੰਕਾਰ ਦੀ ਸੇਵਾ ਕਰ ਰਹੇ ਹਾਂ। ਤੇ ਜਿਹੜੇ ਕਾਰ ਨੇ ਸਾਡੇ, ਹੱਥ ਨੇ ਸਾਡੇ, ਉਹ ਦੁਨਿਆਵੀ ਕਿਰਤ ਕਰ ਰਹੇ ਨੇ। ਹੁਣ ਐਸੀ ਅਵਸਥਾ ਵਿੱਚ ਉਹਨਾਂ ਜਵਾਬ ਦਿੱਤਾ, ਨਾਮਾ ਕਹੇ ਤ੍ਰਿਲੋਚਨਾ ਮੁਖ ਤੇ ਰਾਮ ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਹੁਣ ਅਸੀਂ ਕਰਮ ਅਤੇ ਧਰਮ ਦੇ ਇਸੇ ਕਰਕੇ ਖੇਲ ਨੂੰ ਸਮਝਣਾ ਹੁੰਦਾ ਹੈ ਵੀ ਜੇ ਸਾਨੂੰ ਜੀਵਨ ਦਾ ਜਾਚ, ਜੀਵਨ ਦਾ ਢੰਗ ਹੈ, ਤੇ ਗੁਰਮੁਖ ਜਿਹੜਾ ਹੈ, ਭਗਤ ਜਿਹੜਾ ਹੈ, ਉਹ ਹੁਕਮ ਦੇ ਵਿੱਚ ਚੱਲਦਾ ਹੈ, ਭਾਵੇਂ ਉਹ ਕਰਮ ਤੇ ਆਏ, ਭਾਵੇਂ ਉਹ ਧਰਮ ਤੇ ਰਸਤੇ ਤੇ ਚੱਲੇ। ਜਿਸ ਨੂੰ ਮਹਾਰਾਜ ਗੁਰਬਾਣੀ ਵਿੱਚ ਦੱਸ ਰਹੇ ਨੇ, ਗੁਰਮੁਖ ਆਏ ਜਾਏ ਨਿਸੰਗ। ਸੋ ਗੁਰਮੁਖਾਂ ਨੇ ਇਸ ਰਸਤੇ ਨੂੰ ਦ੍ਰਿੜ ਕਰਕੇ ਮਾਲਕ ਦੇ ਹੁਕਮ ਨੂੰ ਜਾਣਿਆ ਹੁੰਦਾ ਹੈ, ਪਰ ਆਮ ਜੀਵ ਉਹਨਾਂ ਨੂੰ ਬਾਹਰ ਮੁਖੀ ਸਮਝ ਕੇ ਹੀ ਕਈ ਦਫਾ ਬਚਨ ਕਰ ਦਿੰਦਾ ਹੈ। ਜਿਸ ਕਰਕੇ ਫਿਰ ਮਹਾਰਾਜ ਨੇ ਗੁਰਬਾਣੀ ਦੇ ਵਿੱਚ ਆਪਾਂ ਨੂੰ ਸਮਝਾਇਆ ਵੀ ਜਿਹੜੀ ਇਹ ਕਹਾਣੀ ਹੈ, ਇਹ ਮਨ ਦੀ ਹੈ। ਮਨ
ਜੇ ਸਨਮੁਖ ਹੈ ਤੇ ਫਿਰ ਉਸ ਦਾ ਜੀਵਨ ਸਫਲ ਹੈ। ਤੇ ਜੇ ਮਨ ਹੁਕਮ ਤੋਂ ਆਕੀ ਹੈ, ਸਰੀਰ ਭਾਵੇਂ ਤਨ ਕਰਕੇ ਭਾਵੇਂ ਉਹ ਸੇਵਾ ਕਰ ਰਿਹਾ ਹੈ, ਤਨ ਕਰਕੇ ਭਾਵੇਂ ਉਹ ਕਰਮਕਾਂਡ ਕਰ ਰਿਹਾ ਹੈ, ਪਰ ਜੇ ਮਨ ਹੁਕਮ ਵਿੱਚ ਨਹੀਂ ਤੇ ਉਸ ਦਾ ਕੀਤਾ ਹੋਇਆ ਉਹ ਵਿਅਰਥ ਚਲਾ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਗੁਰਬਾਣੀ ਵਿੱਚ ਜਦੋਂ ਬਚਨ ਕੀਤਾ, ਕੌਣ ਸੋ ਸਨਮੁਖ ਕੌਣ ਵਿਮੁਖੀਆ, ਤੇ ਗੁਰੂ ਨਾਨਕ ਦੇ ਘਰ ਨੇ ਫਿਰ ਸਮਝਾਇਆ, ਗੁਰਮੁਖ ਸਨਮੁਖ ਮਨਮੁਖ ਵਿਮੁਖੀਆ। ਸੋ ਜੀਵਨ ਜਾਚ ਨੂੰ ਸਿੱਖ ਕੇ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਮਨ ਨੂੰ ਹੁਕਮ ਵਿੱਚ ਲਿਆਉਣਾ ਹੈ ਤੇ ਗੁਰਬਾਣੀ ਦੀ ਵਿਚਾਰ ਨਾਲ ਜੁੜ ਕੇ ਸਫਲ ਜੀਵਨ ਕਰਨ ਦੀ ਕੋਸ਼ਿਸ਼ ਕਰਨੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।